ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰਬਾਣੀ ਵਿਚਾਰ ਧਰਮ ਜਾਂ ਮਜ਼ਹਬ ਭਾਗ 10ਵਾਂ, ਲੇਖ ਨੰਬਰ 55। ਜਿਸ ਤਰ੍ਹਾਂ ਕਿ ਪਹਿਲਾਂ ਦੱਸਿਆ ਜਾ ਚੁੱਕਿਆ ਹੈ ਕਿ ਧਰਮ ਦੇ ਦੋ ਪੱਖ ਹਨ। ਪਹਿਲਾ ਹੈ ਅੰਤਰੀਵ ਆਤਮਿਕ ਧਰਮ, ਜੋ ਇਲਾਹੀ ਜੋਤ ਦਾ ਪ੍ਰਕਾਸ਼ ਹੈ, ਯਾਨੀ ਨਾਮ ਹੈ, ਤੇ ਦੂਸਰਾ ਬਾਹਰਮੁਖੀ ਮਾਨਸਿਕ ਧਰਮ ਹੈ। ਇਹ ਬਾਹਰਮੁਖੀ ਮਾਨਸਿਕ ਧਰਮ ਜੀਵਾਂ ਦੇ ਅੰਤਸ਼ਕਰਣ ਦੀ ਰੰਗਤ, ਬੁੱਧੀ ਦੇ ਗਿਆਨ, ਸੰਗਤ ਜਾਂ ਕੁਸੰਗਤ, ਮਾਨਸਿਕ ਸਾਧਨਾ ਅਤੇ ਸਰੀਰਕ ਕਰਮ ਕਿਰਿਆ ਉੱਤੇ ਨਿਰਭਰ ਹੈ ਅਤੇ ਮਾਇਕੀ ਮੰਡਲ ਵਿੱਚ ਪ੍ਰਵਿਰਤ ਹੈ, ਜਿਸ ਦੀ ਬੁਨਿਆਦ ਸਾਡਾ ਅੰਤਸ਼ਕਰਣ ਹੈ। ਹਾਂਜੀ, ਇਹ ਬਾਹਰਮੁਖੀ ਮਾਨਸਿਕ ਧਰਮ ਭਾਵੇਂ ਬੁੱਧੀ ਦੇ ਗਿਆਨ, ਸੰਗਤ ਜਾਂ ਕੁਸੰਗਤ, ਸਰੀਰਕ ਕਰਮ ਕਿਰਿਆ, ਮਾਨਸਿਕ ਸਾਧਨਾ ਅਤੇ ਅੰਤਸ਼ਕਰਣ ਦੀ ਰੰਗਤ 'ਤੇ ਨਿਰਭਰ ਹੈ, ਪਰ ਇਹਨਾਂ ਵਿੱਚੋਂ ਇਸ ਧਰਮ ਦੀ ਬੁਨਿਆਦ ਸਾਡਾ ਅੰਤਸ਼ਕਰਣ ਹੈ। ਇਹ ਅੰਤਸ਼ਕਰਣ ਪਿਛਲੇ ਜਨਮਾਂ ਦੀ ਰੰਗਤ, ਇਸ ਜਨਮ ਦੀ ਸੰਗਤ, ਬੁੱਧੀ ਦੀ ਤੀਖਣਤਾ ਤੇ ਸਾਡੇ ਕਰਮ ਧਰਮ ਉੱਤੇ ਨਿਰਭਰ ਹੈ ਅਤੇ ਬਦਲਦਾ ਰਹਿੰਦਾ ਹੈ। ਸੋ ਸਾਡੇ ਜੀਵਨ ਜਾਂ ਸ਼ਖਸੀਅਤ ਦੀਆਂ ਕਈ ਤਹਿਾਂ ਹਨ। ਆਤਮਿਕ ਜੋਤ ਦਾ ਪ੍ਰਕਾਸ਼ ਜਾਂ ਨਾਮ, ਅੰਤਸ਼ਕਰਣ, ਦੈਵੀ ਗੁਣਾਂ ਦੀ ਰੰਗਤ, ਮਨ ਦੀ ਬਦਲਵੀਂ ਰੰਗਤ, ਵਲਵਲਿਆਂ ਦਾ ਉਛਾਲ, ਬੁੱਧੀ ਦੀ ਵਿਚਾਰ ਸ਼ਕਤੀ, ਧਾਰਮਿਕ ਖਿਆਲ ਜਾਂ ਨਿਸ਼ਚੇ, ਸਰੀਰਕ ਕਰਮ ਕਿਰਿਆ। ਸੋ ਸਾਡੇ ਜੀਵਨ ਦੀਆਂ ਇਹਨਾਂ ਸਾਰੀਆਂ ਤਹਿਾਂ ਦੀ ਸਮੁੱਚੀ ਰੰਗਤ ਨੂੰ ਹੀ ਸ਼ਖਸੀਅਤ ਕਿਹਾ ਜਾਂਦਾ ਹੈ ਅਤੇ ਇਸ ਸ਼ਖਸੀਅਤ ਦੀ ਹਵਾੜ ਹੀ ਹਰ ਇੱਕ ਮਨੁੱਖ ਦਾ ਆਪੋ ਆਪਣਾ ਅਸਲੀ ਅਤੇ ਵਿਆਪਕ ਨਿੱਜੀ ਧਰਮ ਹੈ। ਸਾਡੀ ਇਸ ਮਾਨਸਿਕ ਸ਼ਖਸੀਅਤ ਅਤੇ ਧਰਮ ਉੱਤੇ ਅਨੇਕਾਂ ਬਾਹਰਲੇ ਖਿਆਲਾਂ ਅਤੇ ਕਰਮ ਧਰਮ ਦੀ ਰੰਗਤ ਦਾ ਅਸਰ ਖਿੰਨ ਪੈਂਦਾ ਰਹਿੰਦਾ ਹੈ, ਜਿਸ ਕਾਰਨ ਸਾਡੀ ਸ਼ਖਸੀਅਤ ਅਤੇ ਨਿੱਜੀ ਧਰਮ ਵੀ ਬਦਲਦਾ ਰਹਿੰਦਾ ਹੈ। ਹਾਂਜੀ, ਸਾਡੇ ਇਸ ਸ਼ਖਸੀਅਤ ਉੱਤੇ ਅਨੇਕਾਂ ਬਾਹਰਲੇ ਖਿਆਲਾਂ ਤੇ ਕਰਮਾਂ ਧਰਮਾਂ ਦੀ ਰੰਗਤ ਦਾ ਅਸਰ ਖਿੰਨ ਪੈਂਦਾ ਹੈ। ਇਸ ਲਈ ਸਾਡੀ ਸ਼ਖਸੀਅਤ ਤੇ ਨਿੱਜੀ ਧਰਮ ਵੀ ਬਦਲਦਾ ਰਹਿੰਦਾ ਹੈ। ਇਹੋ ਕਾਰਨ ਹੈ ਕਿ ਸਤਸੰਗਤ ਦੇ ਅੰਦਰ ਭਾਵ ਭਾਵਨੀ ਦੀ ਰੰਗਤ ਹੋਰ ਹੁੰਦੀ ਹੈ ਅਤੇ ਸਤਸੰਗਤ ਤੋਂ ਬਾਹਰ ਮਾਇਆ ਦੇ ਪ੍ਰਭਾਵ ਹੇਠ ਸਾਡੀ ਸ਼ਖਸੀਅਤ ਅਤੇ ਖਿਆਲਾਂ ਦੀ ਰੰਗਤ ਤੇ ਭਾਵਨਾਵਾਂ ਕੁਝ ਹੋਰ ਹੋ ਜਾਂਦੀਆਂ ਹਨ, ਕਿਉਂਕਿ ਹਰ ਇੱਕ ਕਰਮ ਦਾ, ਹਰ ਇੱਕ ਖਿਆਲ ਦਾ ਅਸਰ ਸਾਡੀ ਸ਼ਖਸੀਅਤ ਜਾਂ ਨਿੱਜੀ ਧਰਮ ਉੱਤੇ ਪੈਂਦਾ ਹੈ। ਇਸ ਲਈ ਸਤਸੰਗਤ ਦੇ ਅੰਦਰ ਸਾਡੀ ਕਰਮ ਕਿਰਿਆ, ਖਿਆਲਾਤ ਹੋਰ ਹੁੰਦੇ ਹਨ। ਇਸ ਕਾਰਨ ਸਤਸੰਗਤ ਦੇ ਅੰਦਰ ਭਾਵ ਭਾਵਨੀ ਦੀ ਰੰਗਤ ਹੋਰ ਹੁੰਦੀ ਹੈ ਤੇ ਸਤਸੰਗਤ ਤੋਂ ਬਾਹਰ ਮਾਇਆ ਦੇ ਪ੍ਰਭਾਵ ਹੇਠ ਸਾਡੀ ਸ਼ਖਸੀਅਤ ਅਤੇ ਖਿਆਲਾਂ ਦੀ ਰੰਗਤ ਅਤੇ ਭਾਵਨਾਵਾਂ ਕੁਝ ਹੋਰ ਹੋ ਜਾਂਦੀਆਂ ਹਨ। ਦੂਜੇ ਲਫ਼ਜ਼ਾਂ ਵਿੱਚ ਸਾਡੇ ਮਨ ਦੀ ਬਦਲਵੀਂ ਰੰਗਤ ਅਨੁਸਾਰ ਹੀ ਸਾਡਾ ਜੀਵਨ, ਸ਼ਖਸੀਅਤ, ਸਾਡੇ ਧਾਰਮਿਕ ਨਿਸ਼ਚੇ, ਕਰਮ ਕਿਰਿਆ, ਧਰਮ ਕਰਮ ਤੇ ਭਾਵ ਭਾਵਨੀ ਵੀ ਬਦਲਦੇ ਰਹਿੰਦੇ ਹਨ। ਕਬਹੂ ਜੀਅੜਾ ਊਬ ਚੜਤ ਹੈ, ਕਬਹੂ ਜਾਏ ਪਿਆਲੇ, ਲੋਭੀ ਜੀਅੜਾ ਥਿਰ ਨ ਰਹਿਤ ਹੈ, ਚਾਰੇ ਕੁੰਡਾ ਪਾਲੇ। ਇਹ ਮਨੁਆ ਖਿਨ ਨਾ ਟਿਕੈ, ਬਹੁਰੰਗੀ ਦਹ ਦਿਸ ਚਲ ਹਾਂਡੇ। ਮਨ ਕੇ ਅਦਕ ਤਰੰਗ ਕਿਉਂ ਦਰ ਸਾਹਿਬ ਛੁਟੀਐ, ਖਿਨ ਆਵੈ ਖਿਨ ਜਾਵੈ, ਦੁਰਗੰਧ ਮੜੈ ਚਿਤਲਾਇਆ ਰਾਮ। ਅਸਲ ਵਿੱਚ ਇਨਸਾਨ ਦਾ ਜੀਵਨ ਕਈ ਪੱਖੀ ਤੇ ਸਵੈ ਵਿਰੋਧੀ ਹੈ। ਇਹਨਾਂ ਵਿੱਚੋਂ ਅੰਤਸ਼ਕਰਣ ਦੀ ਰੰਗਤ ਪ੍ਰਬਲ ਹੋਣ ਕਾਰਨ ਸਾਡੇ ਓਪਰੇ ਖਿਆਲਾਂ ਤੇ ਹਾਵੀ ਹੋ ਜਾਂਦੀ ਹੈ ਅਤੇ ਜੀਵ ਬੇਵਸ ਹੋ ਕੇ ਆਪਣੇ ਪੁਰਾਣੇ ਅੰਤਸ਼ਕਰਣ ਦੀ ਰੰਗਤ ਅਧੀਨ ਕਰਮ ਕਰਦਾ ਹੈ। ਇਸੇ ਕਰਕੇ ਕਈ ਦੈਵੀ ਖਿਆਲਾਂ ਵਾਲੇ ਜਗਿਆਸੂ ਵੀ ਆਪਣੇ ਮਹਿਲੇ ਅੰਤਸ਼ਕਰਣ ਦੀ ਪ੍ਰਬਲ ਸ਼ਕਤੀ ਦੇ ਵੈਣ ਵਿੱਚ ਰੁੜ ਜਾਂਦੇ ਹਨ, ਕਿਉਂਕਿ ਉੱਪਰਲੇ ਖਿਆਲਾਂ ਤੇ ਇਹ ਅੰਤਸ਼ਕਰਣ ਦੀ ਰੰਗਤ ਹਾਵੀ ਹੋ ਜਾਂਦੀ ਹੈ। ਇਸ ਲਈ ਕਈ ਦੈਵੀ ਖਿਆਲਾਂ ਵਾਲੇ ਜਗਿਆਸੂ ਵੀ ਆਪਣੇ ਮਹਿਲੇ ਅੰਤਸ਼ਕਰਣ ਦੀ ਪ੍ਰਬਲ ਸ਼ਕਤੀ ਦੇ ਵੈਣ ਵਿੱਚ ਰੁੜ ਜਾਂਦੇ ਹਨ ਤੇ ਇਨਸਾਨ ਦੀ ਰੁਚੀ ਮਲੀਨ ਹੋ ਜਾਂਦੀ ਹੈ।
ਇਸ ਦੇ ਉਲਟ ਜੇਕਰ ਮਹਿਲੇ ਅੰਤਸ਼ਕਰਨ ਵਾਲਾ ਜੀਵ ਗੁਰਮੁਖ ਪਿਆਰਿਆਂ ਮਹਾਂਪੁਰਖਾਂ ਦੀ ਪ੍ਰਬਲ ਸੰਗਤ ਕਰੇ ਤਾਂ ਉਸ ਦੀ ਭਾਵ ਭਾਵਨੀ ਦੇ ਵਲਵਲੇ ਦੈਵੀ ਹੋ ਜਾਂਦੇ ਹਨ, ਤਾਂ ਉਹ ਧਰਮ ਦੀ ਕਮਾਈ ਕਰਦਾ ਹੈ। ਫਿਰ ਦੁਹਰਾ ਦਈਏ ਕਿ ਜੇਕਰ ਮਹਿਲੇ ਅੰਤਸ਼ਕਰਨ ਵਾਲਾ ਜੀਵ ਗੁਰਮੁਖ ਪਿਆਰਿਆਂ ਜਾਂ ਮਹਾਂਪੁਰਖਾਂ ਦੀ ਪ੍ਰਬਲ ਸੰਗਤ ਕਰੇ ਤਾਂ ਉਸ ਦੀ ਭਾਵ ਭਾਵਨੀ ਦੇ ਵਲਵਲੇ ਦੈਵੀ ਹੋ ਜਾਂਦੇ ਹਨ, ਤਾਂ ਉਹ ਧਰਮ ਦੀ ਕਮਾਈ ਕਰਦਾ ਹੈ। ਤਿਨਾਂ ਦੇਖ ਮਨ ਚਾਉ ਉਠੰਦਾ, ਹਉ ਕਦ ਪਾਈ ਗੁਣ ਤਾਸਾ। ਸਾਧ ਸੰਗਤ ਬਿਨਾ ਭਾਵ ਨਹੀਂ ਉਪਜੈ, ਭਾਵ ਬਿਨ ਭਗਤ ਨਹੀਂ ਹੋਏ ਤੇਰੀ। ਸਾਧ ਕੈ ਸੰਗ ਪਾਪ ਬਿਲਾਇਨ ਪਲਾਇਨ, ਸਾਧ ਕੈ ਸੰਗ ਲਗੈ ਪ੍ਰਭ ਮੀਠਾ। ਸਾਧ ਕੈ ਸੰਗ ਦ੍ਰਿੜੈ ਸਭ ਧਰਮ, ਸਾਧ ਕੈ ਸੰਗ ਮਿਟੈ ਅਭਿਮਾਨ। ਸਾਧ ਸੰਗ ਭਏ ਆਗਿਆਕਾਰੀ। ਸੋ ਮਨੁੱਖ ਆਪਣੀ ਸ਼ਖਸੀਅਤ ਦੇ ਪ੍ਰਭਾਵ ਹੇਠ ਇੱਕ ਵੇਲੇ ਸੁੱਤੇ ਸਿੱਧ ਕਈ ਰੰਗਾਂ ਭੇਖਾਂ ਵਿੱਚ ਵਿਚਰਦਾ ਹੈ। ਇਸੇ ਨੂੰ ਹੀ ਪਖੰਡ ਕਿਹਾ ਜਾਂਦਾ ਹੈ। ਇਸ ਤਰ੍ਹਾਂ ਇਨਸਾਨ ਦੂਹਰੇ ਤੇ ਤੀਹਰੇ ਰੰਗਾਂ ਵਿੱਚ ਖੇਡਦਾ ਹੈ, ਹੁੰਦਾ ਕੁਝ ਹੋਰ, ਦਿਖਾਵਾ ਕੁਝ ਹੋਰ। ਇਸ ਤਰ੍ਹਾਂ ਇਨਸਾਨ ਦੂਹਰੇ ਤੀਹਰੇ ਰੰਗਾਂ ਵਿੱਚ ਖੇਡਦਾ ਹੈ। ਇਸ ਤਰ੍ਹਾਂ ਪਖੰਡ ਕਰਕੇ ਜੀਵ ਆਪਣੇ ਆਪ ਨਾਲ ਧੋਖਾ ਕਰਦਾ ਹੈ, ਦੂਜਿਆਂ ਨਾਲ ਫਰੇਬ ਕਰਦਾ ਹੈ, ਰੱਬ ਤੋਂ ਬੇਮੁਖ ਹੁੰਦਾ ਹੈ, ਧਰਮ ਤੋਂ ਗਿਰ ਜਾਂਦਾ ਹੈ। ਹਾਂਜੀ, ਪਖੰਡੀ ਜੀਵ ਜਿਹੜਾ ਪਖੰਡ ਕਰਦਾ ਹੈ ਉਹ ਧਰਮ ਤੋਂ ਗਿਰ ਜਾਂਦਾ ਹੈ, ਪਾਪ ਕਮਾਉਂਦਾ ਹੈ, ਅਮੋਲਕ ਜੀਵਨ ਆਪਣਾ ਜਾਈ ਗਵਾਉਂਦਾ ਹੈ, ਜਮਾਂ ਦੇ ਵਸ ਪੈਂਦਾ ਹੈ, ਆਵਾਗਮਨ ਦੇ ਗੇੜ ਵਿੱਚ ਪੈਂਦਾ ਹੈ। ਕਰਮ ਧਰਮ ਪਾਖੰਡ ਜੋ ਦੀਸੈ, ਤਿਨ ਜਮ ਜਾਗਾਤੀ ਲੂਟੈ। ਸੋ ਇਸ ਪਖੰਡੀ ਜੀਵਨ ਦੀਆਂ ਨਿਸ਼ਾਨੀਆਂ ਗੁਰਬਾਣੀ ਵਿੱਚ ਕਿਵੇਂ ਦੱਸੀਆਂ ਹਨ? ਕਰੈ ਦੁਹਕਰਮ ਦਿਖਾਵੈ ਹੋਰ, ਕਰੈ ਦੁਹਕਰਮ ਦਿਖਾਵੈ ਹੋਰ, ਰਾਮ ਕੀ ਦਰਗਹਿ ਬਾਂਧਾ ਚੋਰ। ਅੰਤਰ ਬਿਖ ਮੁਖ ਅੰਮ੍ਰਿਤ ਸੁਣਾਵੈ। ਪਖੰਡ, ਹਾਂਜੀ, ਅੰਤਰ ਬਿਖ ਮੁਖ ਅੰਮ੍ਰਿਤ ਸੁਣਾਵੈ, ਜੰਪੁਰ ਬੱਧਾ ਚੋਟਾ ਖਾਵੈ। ਅਨਕ ਪੜਦੇ ਮੈਂ ਕਮਾਵੈ ਵਿਕਾਰ, ਅਨਕ ਪੜਦੇ ਮੈਂ ਕਮਾਵੈ ਵਿਕਾਰ, ਖਿਨ ਮੈਂ ਪ੍ਰਗਟ ਹੋਏ ਸੰਸਾਰ। ਦੋਹੋ ਵਿੱਚ ਦੁਖੀ ਦੁਬਾਜਰੇ, ਖਰਬੜ ਹੋਏ ਖੁਦੀ ਖੁਆਰਾ। ਨਾ ਉਰਵਾਰ ਨਾ ਪਾਰ ਹੈ, ਗੋਤੇ ਖਾਨ ਭਰਮ ਸਿਰ ਪਾਰਾ। ਇਹੋ ਜਿਹੇ ਪਖੰਡੀ ਜੀਵਨ ਵਿੱਚ ਕੀ ਹੁੰਦਾ ਹੈ? ਸਾਡੀ ਆਤਮਾ ਕੁਝ ਹੋਰ ਕਹਿੰਦੀ ਹੈ, ਅੰਤਿਸ਼ਕਰਨ ਵਿੱਚੋਂ ਕੁਝ ਹੋਰ ਆਵਾਜ਼ ਨਿਕਲਦੀ ਹੈ, ਮਨ ਕੁਝ ਹੋਰ ਆਖਦਾ ਹੈ, ਬੁੱਧੀ ਕੁਝ ਹੋਰ ਸੋਚਦੀ ਹੈ, ਕਾਮ ਆਪਣੀਆਂ ਲਹਿਰਾਂ ਮਾਰਦਾ ਹੈ। ਇਹੋ ਜਿਹੇ ਪਖੰਡੀ ਜੀਵਨ ਵਿੱਚ ਕਾਮ ਆਪਣੀਆਂ ਲਹਿਰਾਂ ਮਾਰਦਾ ਹੈ, ਕ੍ਰੋਧ ਆਪਣੇ ਭਾਂਬੜ ਮਚਾਈ ਰੱਖਦਾ ਹੈ, ਲੋਭ ਅੱਡ ਅਲਕਾਇਆ ਫਿਰਦਾ ਹੈ, ਮੋਹ ਆਪਣੇ ਫੰਦੇ ਵਿੱਚ ਫਸਾਈ ਜਾਂਦਾ ਹੈ, ਮੈਂ ਮੇਰੀ ਆਪਣੇ ਜਫੇ ਮਾਰਦੀ ਹੈ, ਹਉਮੈ ਦਾ ਸ਼ੇਰ ਆਪਣੀਆਂ ਬੜਕਾਂ ਮਾਰਦਾ ਹੈ। ਜੀਵ ਦੀ ਇਸ ਤਰਸਯੋਗ ਹਾਲਤ ਨੂੰ ਗੁਰਬਾਣੀ ਵਿੱਚ ਇਉਂ ਦਰਸਾਇਆ ਗਿਆ ਹੈ। ਕਿਉਂ ਲੀਜੈ ਗੜਬੰਕਾ ਭਾਈ, ਦੇਵਰ ਕੋਟ ਅਰ ਤੇਵਰ ਖਾਈ ਰਹਾਓ। 5-25 मोह मद मत्सर आडी परबल माया। जन गरीब को जोर न पहुंचे, कहाँ करो रघुराया। काम के वाड़ी दुख सुख दरवानी, पाप पुन दरवाजा। क्रोध प्रधान महाबड़ दुंदर, तै मन मावासी राजा। स्वाद सनाहा टोप ममता को, कुबुद कमान चढ़ाई। तिष्णा तीर रहे कट पीतर, इयों गढ़ लियो न जाई। राज माल रूप जात जोबन पंजे ठग, इन्नी ठगी जग ठगिया, किसे न रखी लज। सो जन्मा जन्मांतरां तो ਮਨੁੱਖੀ ਬਿਰਤੀ ਦਾ ਦ੍ਰਿਸ਼ਟਮਾਨ ਤੇ ਮਾਇਕੀ ਜਗਤ ਵਿੱਚ ਯਕੀਨ ਹੋਣ ਕਰਕੇ ਇਨਸਾਨ ਦਾ ਉਸ ਪ੍ਰਭੂ ਦੀ ਅਦ੍ਰਿਸ਼ਟ
ਕਰਨ ਕਾਰਨ ਸਰਬ ਸਮਰੱਥ ਸ਼ਕਤੀ ਉੱਤੇ ਵਿਸ਼ਵਾਸ ਛੇਤੀ ਕੀਤਿਆਂ ਨਹੀਂ ਬਣਦਾ। ਇਹ ਵਿਸ਼ਵਾਸ ਕਦੀ ਬਣਦਾ ਹੈ, ਕਦੀ ਟੁੱਟਦਾ ਹੈ ਤੇ ਇਸ ਤਰ੍ਹਾਂ ਡੋਲਦਾ ਰਹਿੰਦਾ ਹੈ। ਇਸ ਦਾ ਨਤੀਜਾ ਇਹ ਨਿਕਲਦਾ ਹੈ ਕਿ ਜਗਿਆਸੂ ਇੱਕ ਕਦਮ ਪਰਮਾਰਥ ਵੱਲ ਪੁੱਟਦਾ ਹੈ, ਪਰ 10 ਕਦਮ ਮਾਇਆ ਪਿੱਛੇ ਖਿੱਚ ਲੈ ਜਾਂਦੀ ਹੈ। ਹਾਂਜੀ, ਕਿਉਂਕਿ ਰੱਬ ਦੀ ਸਰਬ ਸਮਰੱਥ ਸ਼ਕਤੀ ਉੱਤੇ ਸਾਡਾ ਵਿਸ਼ਵਾਸ ਛੇਤੀ ਕੀਤਿਆਂ ਨਹੀਂ ਬਣਦਾ। ਇਹ ਵਿਸ਼ਵਾਸ ਕਦੀ ਬਣਦਾ ਹੈ, ਕਦੀ ਟੁੱਟਦਾ ਹੈ। ਇਸੇ ਕਾਰਨ ਜਗਿਆਸੂ ਇੱਕ ਕਦਮ ਪਰਮਾਰਥ ਵੱਲ ਪੁੱਟਦਾ ਹੈ, ਪਰ 10 ਕਦਮ ਮਾਇਆ ਪਿੱਛੇ ਖਿੱਚ ਲੈ ਜਾਂਦੀ ਹੈ। ਜੇ ਇੱਕ ਵਿਖ ਅਗਾਹਾਂ ਭਰੇ ਤਾਂ 10 ਵਿਖਾਂ ਪਿਛਾਹਾਂ ਜਾਏ। ਇਸ ਤਰ੍ਹਾਂ ਮਾਇਕੀ ਪ੍ਰਭਾਵ ਹੇਠ ਇਨਸਾਨ ਦਾ ਸਾਰਾ ਧਾਰਮਿਕ ਤੇ ਦੁਨਿਆਵੀ ਜੀਵਨ ਦੁਬਦਾ, ਭਰਮ ਜਾਂ ਸਹਿਸੇ ਵਿੱਚ ਵਿਅਰਥ ਚਲਾ ਜਾਂਦਾ ਹੈ। ਹਾਂਜੀ, ਕਿਉਂਕਿ ਇੱਕ ਕਦਮ ਇੱਧਰ 10 ਕਦਮ ਪਿੱਛੇ। ਇਸ ਕਰਕੇ ਸਾਰਾ ਦੁਨਿਆਵੀ ਜੀਵਨ ਤੇ ਇੱਕ ਪਾਸੇ, ਧਾਰਮਿਕ ਜੀਵਨ ਵੀ ਦੁਬਦਾ, ਭਰਮ ਜਾਂ ਸਹਿਸੇ ਵਿੱਚ ਵਿਅਰਥ ਚਲਾ ਜਾਂਦਾ ਹੈ। ਦੂਜੇ ਲਫ਼ਜ਼ਾਂ ਵਿੱਚ ਇਨਸਾਨ ਦੀ ਕੋਈ ਰੂਹਾਨੀ ਤਰੱਕੀ ਨਹੀਂ ਹੁੰਦੀ। ਇਸ ਦੁਬਦਾ ਜਾਂ ਭਰਮ ਦੀ ਖਾਈ ਪਰਥਾਏ ਗੁਰਬਾਣੀ ਇਉਂ ਰੋਸ਼ਨੀ ਪਾਉਂਦੀ ਹੈ। ਦੁਬਦਾ ਰੋਗ ਸੋ ਅਦਕ ਵਡੇਰਾ, ਮਾਇਆ ਕਾ ਮੁਹਤਾਜ ਪਿਆ। ਦੂਜਾ ਭਾਉ ਦੁਬਾਜਰਾ, ਮਨ ਪਾਟੇ ਖਰਬਾੜੂ ਖੀਰਾ। ਅੱਗੋਂ ਮਿੱਠਾ ਹੋਏ ਮਿਲੇ, ਪਿੱਛੋਂ ਕੌੜਾ ਦੋਖ ਸ਼ਰੀਰਾ। ਦੁਬਦਾ ਦੂਜਾ, ਤ੍ਰਿਬਦ ਮਾਇਆ। ਦੁਬਦਾ ਮਨਮੁਖ ਰੋਗ ਵਿਆਪੈ, ਤ੍ਰਿਸ਼ਨਾ ਜਲੇ ਅਦਕਾਈ। ਦੂਜੈ ਭਰਮ ਭੁਲਾਇਆ, ਹਉਮੈ ਦੁਖ ਪਾਈ। ਇਹ ਸ਼ਰੀਰ ਸਭ ਮੂਲ ਹੈ ਮਾਇਆ, ਦੂਜੈ ਭਾਏ ਭਰਮ ਭੁਲਾਇਆ। ਹਉਮੈ ਵਿੱਚ ਸਭ ਜਗ ਬਉਰਾਨਾ। ਹਉਮੈ ਵਿੱਚ ਸਭ ਜਗ ਬਉਰਾਨਾ, ਦੂਜੈ ਭਾਏ ਭਰਮ ਭੁਲਾਨਾ। ਦੂਜੈ ਪਾਏ परम विगुति, मनमुख मोही जमकाल। इस मन को बसंत की लगे न सोए, ए मन झलिया दूजै दोए। इस तरह मनुख इलाही प्रकाश या नाम वाले इको एक आत्मक धर्म तो बेसुरा होके, बेमुख होके, आप हुदरा होके, अपने भाणे विच, अज्ञानता विच, भरम भुलावे विच, हौमे विच, ਅਨੇਕਾਂ ਅਖੋਤੀ ਬਾਰਮੁਖੀ ਧਰਮਾਂ ਵਿੱਚ ਵਿਚਰਦਾ ਹੋਇਆ ਆਪਣੀ ਮਨਮਰਜ਼ੀ ਨਾਲ ਕਰਮ ਕਰਦਾ ਤੇ ਨਤੀਜੇ ਭੁਗਤਦਾ ਹੈ। ਅਸਲੀ ਇੱਕੋ ਇੱਕ ਜਿਹੜਾ ਨਾਮ ਰੂਪੀ ਆਤਮਿਕ ਧਰਮ ਹੈ, ਉਸ ਤੋਂ ਬੇਮੁਖ ਹੋ ਕੇ ਜੀਵ ਆਪਣੀ ਹਉਮੈ ਵਿੱਚ ਜਾਂ ਭਰਮ ਭੁਲਾਵੇ ਵਿੱਚ ਅਨੇਕਾਂ ਅਖੌਤੀ ਬਾਰਮੁਖੀ ਧਰਮਾਂ ਵਿੱਚ ਵਿਚਰਦਾ ਹੋਇਆ ਆਪਣੀ ਮਨਮਰਜ਼ੀ ਨਾਲ ਕਰਮ ਕਰਦਾ ਹੈ ਤੇ ਨਤੀਜੇ ਭੁਗਤਦਾ ਹੈ। ਆਪਣੇ ਕੇਂਦਰ ਆਤਮ ਪ੍ਰਕਾਸ਼ ਅਥਵਾ ਸ਼ਬਦ, ਨਾਮ, ਹੁਕਮ ਤੋਂ ਬੇਮੁਖ ਤੇ ਬੇਸੁਰਾ ਹੋ ਕੇ ਜੀਵ ਆਪਣੇ ਅੰਦਰਲੇ ਪੰਚੋਰਾਂ ਦੇ ਅਧੀਨ ਆਪਣੇ ਹੀ ਭਾਣੇ ਵਿੱਚ ਪਿਆ ਵਿਚਰਦਾ ਹੈ। ਇਹ ਪੰਜ ਤੱਤ ਆਪੋ ਆਪਣੀਆਂ ਤੂਤੀਆਂ ਵਜਾਉਂਦੇ ਹਨ, ਜਿਸ ਕਾਰਨ ਜੀਵ ਦੇ ਹਿਰਦੇ ਵਿੱਚ ਅਨੇਕ ਤਰ੍ਹਾਂ ਅਤੇ ਭਾਂਤ-ਭਾਂਤ ਦੇ ਰਾਮ ਰੋਲੇ ਤੇ ਸ਼ੋਰ ਸ਼ਰਾਬਾ ਮਚਿਆ ਰਹਿੰਦਾ ਹੈ। ਇਸੇ ਕਾਰਨ ਮਨ ਟਿਕ ਨਹੀਂ ਸਕਦਾ ਤੇ ਨਾ ਹੀ ਇਕਾਗਰ ਹੁੰਦਾ ਹੈ। ਇਸ ਤਰ੍ਹਾਂ ਸਾਡੇ ਹਿਰਦੇ ਵਿੱਚ ਇਹਨਾਂ ਪੰਜ ਤੱਤਾਂ ਨੇ ਖੂਬ ਭੜਥੂ ਮਚਾਇਆ ਹੋਇਆ ਹੈ, ਜਿਸ ਨਾਲ ਜੀਵ ਘਾਬਰ ਕੇ ਬੌਦਲ ਜਾਂਦਾ ਹੈ ਅਤੇ ਉਸ ਦੀ ਕਿਛ ਨਾ ਬੁੱਝੈ, ਕਿਝ ਨਾ ਸੁਝੈ, ਬੇਵੱਸੀ ਵਾਲੀ ਹਾਲਤ ਬਣੀ ਰਹਿੰਦੀ ਹੈ। ਇਸ ਨਾਲ ਉਸ ਦੇ ਮਨ ਦਾ ਤਣਾਅ ਬਣਿਆ ਰਹਿੰਦਾ ਹੈ। ਇਸ ਮਾਨਸਿਕ ਤਣਾਅ ਨਾਲ ਹੀ ਦਿਲ ਦਾ ਦੌਰਾ ਤੇ ਹੋਰ ਅਨੇਕਾਂ ਦਿਮਾਗੀ ਬਿਮਾਰੀਆਂ ਵੀ ਵੱਧ ਰਹੀਆਂ ਹਨ। ਸਾਡੀ ਇਸ ਤਰ੍ਹਾਂ ਦੀ ਮਾਇਕੀ ਅਦੋਗਤੀ ਨੂੰ ਗੁਰਬਾਣੀ ਵਿੱਚ ਇਉਂ ਦਰਸਾਇਆ ਹੈ। ਏਕ ਸਵਾਨ ਦੋਏ ਸਵਾਨੀ ਨਾਲ, ਭਲਕੇ ਭੌਂਕੇ ਸਦਾ ਬਿਆਲ। ਮਾਇਆ ਧਾਰੀ ਅਤ ਅੰਨਾ ਬੋਲਾ, ਸ਼ਬਦ ਨਾ ਸੁਣਾਈ ਬੌਰੋਲ ਕਚੋਲਾ। ਅੰਤਰ ਚਿੰਤਾ ਨੈਣੀ ਸੁਖੀ। ਹਾਂਜੀ, ਅੰਤਰ ਚਿੰਤਾ ਨੈਣੀ ਸੁਖੀ। ਮੂਲ ਨਾ ਉਤਰੈ ਭੁਖ, ਨਾਨਕ ਸੱਚੇ ਨਾਮ ਬਿਨ ਕਿਸੇ ਨਾ ਲੱਥੋ ਦੁਖ। ਮਨਮੁਖ ਭਰਮੈ ਸਹਿਸਾ ਹੋਵੇ, ਅੰਤਰ ਚਿੰਤਾ ਨੀਂਦ ਨ ਸੋਵੇ। ਸੋ ਆਤਮ ਪ੍ਰਕਾਸ਼ ਦੇ ਇਲਾਹੀ ਧਰਮ ਅਥਵਾ ਨਾਮ ਤੋਂ ਬੇਮੁਖ ਅਤੇ ਬੇਸੁਰਾ ਹੋ ਕੇ ਜੀਵ ਅਤ ਅੰਨਾ ਬੋਲਾ ਹੋ ਜਾਂਦਾ ਹੈ
ਅਤੇ ਆਤਮਿਕ ਜੀਵਨ ਸੇਧ ਤੋਂ ਬਗੈਰ ਸਾਰੀ ਉਮਰ ਆਪਣੇ ਹਿਰਦੇ ਦੇ ਅੰਦਰ ਮਾਇਕੀ ਬੋਰੋਲ ਕਚੋਲਾ ਦਾ ਭੜਥੂ ਮਚਾਈ ਰੱਖਦਾ ਹੈ। ਹਾਂਜੀ, ਇੱਕ ਨਾਮ ਹੀ ਹੈ ਜੋ ਅੰਦਰ ਫੁਰਨਿਆਂ ਨੂੰ ਸ਼ਾਂਤ ਕਰਕੇ ਇਕਾਗਰ ਕਰਦਾ ਹੈ। ਇਸ ਆਪਣੇ ਆਤਮ ਪ੍ਰਕਾਸ਼ ਵਾਲੇ ਇਲਾਹੀ ਧਰਮ ਜਾਂ ਨਾਮ ਤੋਂ ਬੇਮੁਖ ਹੋ ਕੇ ਜੀਵ ਅਤ ਅੰਨਾ ਬੋਲਾ ਹੋ ਜਾਂਦਾ ਹੈ ਤੇ ਆਤਮਿਕ ਜੀਵਨ ਸੇਧ ਤੋਂ ਬਗੈਰ ਸਾਰੀ ਉਮਰ ਆਪਣੇ ਹਿਰਦੇ ਦੇ ਅੰਦਰ ਮਾਇਕੀ ਬੋਰੋਲ ਕਚੋਲਾ ਜਾਂ ਭੜਥੂ ਮਚਾਈ ਰੱਖਦਾ ਹੈ ਤੇ ਦੁਖੀ ਹੁੰਦਾ ਰਹਿੰਦਾ ਹੈ। ਪਲਚ ਪਲਚ ਸਗਲੀ ਮੂਈ ਝੂਠੇ ਤੰਦੇ ਮੋ। ਸਾਡਾ ਅਮਲੀ ਤੇ ਨਿੱਜੀ ਧਰਮ ਤਾਂ ਉਹੀ ਹੁੰਦਾ ਹੈ ਜੋ ਸਾਡੇ ਹਰ ਇੱਕ ਨਿਸ਼ਚੇ, ਸੋਚਣੀ, ਖਿਆਲ, ਭਾਵਨਾ, ਹਰਕਤ, ਬੋਲਚਾਲ, ਵਿਵਹਾਰ, ਕਰਨੀ, ਰਹਿਣੀ, ਬਹਿਣੀ, ਸਹਿਣੀ, ਕਹਿਣੀ ਵਿੱਚ ਸੁੱਤੇ ਸਿੱਧ, ਅਣਜਾਣੇ, ਅਚੇਤ, ਆਪ ਮੁਹਾਰੇ, ਬੱਧੋ ਬੱਧੀ ਬਾਰ ਵੱਲ ਪ੍ਰਗਟ ਹੁੰਦਾ ਹੈ, ਨਾ ਕਿ ਉਹ ਧਰਮ ਜੋ ਅਸੀਂ ਓਪਰੇ ਮਨ ਨਾਲ ਬਾਹਰੋਂ ਧਾਰਿਆ ਅਪਣਾਇਆ ਮੰਨਿਆ ਹੋਇਆ ਹੈ। ਹਾਂਜੀ, ਅਸਲੀ ਧਰਮ ਤਾਂ ਸਾਡਾ ਉਹੀ ਹੈ ਜੋ ਸਾਡੇ ਖਿਆਲਾਂ, ਸੋਚਣੀ, ਸਾਡੇ ਕਰਮ, ਵਿਵਹਾਰ ਤੇ ਕਹਿਣੀ, ਬਹਿਣੀ, ਰਹਿਣੀ ਵਿੱਚੋਂ ਸੁੱਤੇ ਸਿੱਧਿਆਂ ਨੇ ਅਚੇਤ, ਉੱਪਰਲੇ ਮਨ ਨੂੰ ਪਤਾ ਵੀ ਨਾ ਹੋਵੇ, ਅਚੇਤ ਬੱਧੋ ਬੱਧੀ ਫੁੱਟ ਕੇ ਜਿਹੜੀ ਚੀਜ਼ ਨਿਕਲਦੀ ਹੈ, ਉਹ ਸਾਡਾ ਅਸਲੀ ਧਰਮ ਹੈ। ਨਾ ਕਿ ਉਹ ਧਰਮ ਜੋ ਅਸੀਂ ਓਪਰੇ ਮਨ ਨਾਲ ਬਾਹਰੋਂ ਧਾਰਿਆ ਅਪਣਾਇਆ ਮੰਨਿਆ ਹੋਇਆ ਹੈ। ਅਮਲੀ ਅਤੇ ਓਪਰੇ ਧਰਮ ਦੀ ਵਿਚਾਰ ਨੂੰ ਸਪਸ਼ਟ ਕਰਨ ਲਈ ਹੇਠਲੀ ਮਿਸਾਲ ਦਿੱਤੀ ਜਾਂਦੀ ਹੈ ਕਿ ਨਿੱਕੇ ਬੱਚੇ ਨੂੰ ਮਾਂ ਵੀ ਪਾਲਦੀ ਪੋਸਦੀ ਹੈ ਤੇ ਨਰਸ ਵੀ ਬੱਚੇ ਦੀ ਦੇਖਭਾਲ ਕਰਦੀ ਹੈ। ਕਿਰਿਆਵਾਂ ਦੋਨਾਂ ਦੀ ਇੱਕੋ ਹੀ ਹਨ। ਉਹ ਵੀ ਬੱਚੇ ਦੀ ਦੇਖਭਾਲ ਕਰਦੀ ਹੈ ਤੇ ਮਾਂ ਵੀ। ਪਰ ਦੇਖੋ ਫਰਕ ਕਿਤਨਾ। ਇਹਨਾਂ ਦੋਹਾਂ ਦੇ ਹਿਰਦਿਆਂ ਅੰਦਰ ਬੱਚੇ ਦੀ ਸੇਵਾ ਭਾਵਨੀ ਵਿੱਚ ਅਤਿਅੰਤ ਫਰਕ ਹੈ। ਮਾਂ ਤਾਂ ਆਪਣੇ ਬੱਚੇ ਲਈ ਅਤਿਅੰਤ ਡੂੰਘੇ ਮਾਂ ਪਿਆਰ ਦੀ ਮਮਤਾ ਵਿੱਚ ਪਿਘਲ ਕੇ ਸੇਵਾ ਕਰਦੀ ਹੈ ਅਤੇ ਕਦੇ ਅੱਕਦੀ ਥੱਕਦੀ ਨਹੀਂ ਤੇ ਨਾ ਹੀ ਕਦੇ ਸ਼ਿਕਾਇਤ ਕਰਦੀ ਹੈ। ਇਹ ਮਮਤਾ ਮਾਂ ਦੇ ਹਿਰਦੇ ਦੀਆਂ ਡੂੰਘਾਈਆਂ ਵਿੱਚ ਸਹਿਜ ਸੁਭਾਏ ਆਪ ਮੁਹਾਰੇ ਉਪਜਦੀ ਹੈ, ਜਿਸ ਨਾਲ ਉਹ ਬੱਚੇ ਲਈ ਹਰ ਤਰ੍ਹਾਂ ਦੀ ਖਿੜੇ ਮੱਥੇ ਤੇ ਚਾਅ ਵਿੱਚ ਕੁਰਬਾਨੀ ਕਰਦੀ ਹੈ। ਆਪਣੇ ਪਿਆਰੇ ਬੱਚੇ ਨੂੰ ਸ਼ੁਭ ਇੱਛਾਵਾਂ ਤੇ ਪਿਆਰ ਅਸੀਸਾਂ ਨਾਲ ਨਿਵਾਜਦੀ ਹੈ ਤੇ ਉਸ ਦੇ ਉੱਤੋਂ ਵਾਰਨੇ ਤੇ ਬਲਿਹਾਰਨੇ ਜਾਂਦੀ ਹੈ। ਇਹ ਮਾਂ ਪਿਆਰ ਮਾਂ ਨੇ ਕਿਤੇ ਪੜ੍ਹਿਆ ਜਾਂ ਸਿੱਖਿਆ ਨਹੀਂ ਹੁੰਦਾ। ਇਹ ਤਾਂ ਅਕਾਲ ਪੁਰਖ ਦਾ ਆਪਣੇ ਬੱਚੇ ਰੂਪੀ ਅੰਸ਼ ਲਈ ਅਥਾਹ ਤੇ ਅਮੁਕ ਇਲਾਹੀ ਪਿਆਰ ਦਾ ਪ੍ਰਵੇਸ਼ ਤੇ ਪ੍ਰਤੀਕ ਹੈ, ਜੋ ਮਾਂ ਦੇ ਹਿਰਦੇ ਰਾਹੀਂ ਪ੍ਰਵਿਰਤ ਹੋ ਕੇ ਬੱਚੇ ਦੀ ਪਾਲਣਾ ਪੋਸਣਾ ਕਰਦਾ ਹੈ। ਮਾਤ ਗਰਭ ਮੈਂ ਤੁਮ ਹੀ ਪ੍ਰਤਪਾਲਕ, ਮਿਰਤ ਮੰਡਲ ਇੱਕ ਤੂੰ ਹੀ। ਹਰ ਜੀ ਮਾਤਾ, हर जी पिता, हर जियो प्रतिपालक, हर जी मेरी सार करे हम हर के बालक। सहजे सहज खिलाएंदा नहीं करदा आलक। रमैया के गुंचेत परानी, कवन मूल ते कवन दृष्टानी। जिन तू साच सवार सिगारिया, गर्भ अगन में जिन्हें उबारिया। बार व्यवस्था तुझे प्यारे दूत। परंग परम परमेश्वरंग प्रोच पालंग। ਦੂਜੇ ਪਾਸੇ ਨਰਸ ਕਿਤੋਂ ਪੜ੍ਹ ਸਿੱਖ ਕੇ ਬੱਚੇ ਦੀ ਨੀਅਤ ਸਮੇਂ ਤੇ ਹੀ ਸੇਵਾ ਕਰਦੀ ਹੈ। ਅਮਲੀ ਤੇ ਓਪਰੇ ਧਰਮ ਵਿੱਚ ਕੀ ਫਰਕ ਹੈ ਮਾਂ ਤੇ ਨਰਸ ਦਾ? ਮਾਂ ਸਾਰੀ ਉਮਰ ਸੇਵਾ ਕਰਦੀ ਹੈ, ਪਰ ਨਰਸ ਕਿਤੋਂ ਪੜ੍ਹ ਸਿੱਖ ਕੇ ਬੱਚੇ ਦੀ ਨੀਅਤ ਸਮੇਂ ਤੇ ਹੀ ਸੇਵਾ ਕਰਦੀ ਹੈ, ਪਰ ਉਸ ਦੇ ਬਦਲੇ ਵੀ ਉਸ ਨੂੰ ਤਨਖਾਹ ਮਿਲਦੀ ਹੈ ਤੇ ਡਿਊਟੀ ਤੋਂ ਬਾਅਦ ਉਹ ਬੱਚੇ ਨੂੰ ਬਿਲਕੁਲ ਭੁੱਲ ਜਾਂਦੀ ਹੈ। ਇਸ ਤਰ੍ਹਾਂ ਮਾਂ ਦੀ ਸੇਵਾ ਦੇ ਪਿਛੋਕੜ ਵਿੱਚ ਇਲਾਹੀ ਪਿਆਰ ਭਾਵਨੀ ਤੇ ਲਾਡ ਮਲਹਾਰ ਹੈ, ਪਰ ਨਰਸ ਦੀ ਸੇਵਾ ਦੇ ਪਿਛੋਕੜ ਵਿੱਚ ਸਵਾਰਥ ਹੈ ਤੇ ਭਾਵਨਾਹੀਣ ਫਰਜ਼ ਹੈ। ਮਾਂ ਤਾਂ ਖਿੰਨ ਖਿੰਨ ਦਿਨ ਰਾਤ ਸਾਰੀ ਉਮਰ ਚਾਈਂ ਚਾਈਂ ਲਾਡ ਲਡਾਉਂਦੀ ਹੋਈ ਪਿਆਰ ਅਸੀਸਾਂ ਨਾਲ ਬੱਚੇ ਨੂੰ ਪਾਲਦੀ ਪੋਸਦੀ ਹੈ, ਪਰ ਨਰਸ ਸੀਮਤ ਅਰਸੇ ਤਾਈਂ ਸਵਾਰਥ ਲਈ ਓਪਰੇ ਦਿਲ ਨਾਲ ਡੰਗ ਟਪਾਉਂਦੀ ਹੈ ਅਤੇ ਓਪਰਾ ਫਰਜ਼ ਪੂਰਾ ਕਰਦੀ ਹੈ। ਸੋ ਮਾਂ ਦੀ ਸੇਵਾ ਭਾਵਨਾ ਇਹ ਅੰਦਰੋਂ ਉਪਜੀ ਹੈ ਤੇ ਨਰਸ ਦਾ ਫਰਜ਼ ਇਹ ਸਿੱਖਿਆ ਸਿਖਾਇਆ ਹੈ। ਇਸ ਤਰ੍ਹਾਂ ਇੱਕ ਦਾ ਕੰਮ ਨਿਰਸਵਾਰਥ ਹੈ, ਪ੍ਰੇਮ ਭਾਵਨਾ ਅਧੀਨ ਹੈ, ਤੇ ਦੂਜੇ ਦਾ ਸਵਾਰਥ ਪੂਰਤੀ ਲਈ ਹੈ। ਜੋ ਜੈਸੀ ਸੰਗਤ ਮਿਲੈ ਸੋ ਤੈਸੋ ਫਲ ਖਾਏ ਦੇ ਗੁਰਵਾਕ ਅਨਸਾਰ। ਜੀਵ ਬੇਅੰਤ ਜਨਮਾਂ ਤੋਂ ਅਗਿਆਨਤਾ ਦੇ ਭਰਮ ਭੁਲਾਵੇ ਵਿੱਚ ਤ੍ਰੈ ਗੁਣੀ ਮਾਦੀ ਮਾਇਆ ਵਿੱਚ ਪ੍ਰਵਿਰਤ ਹੁੰਦਾ ਆਇਆ ਹੈ ਤੇ ਇਸ ਮਾਦੀ ਮਾਇਆ ਦੀ ਸੰਗਤ ਅਤੇ ਸਿਮਰਨ ਕਰਦਾ ਹੋਇਆ ਆਪ ਹੀ ਇਸ ਝੂਠੀ ਮਾਦੀ ਮਾਇਆ ਦਾ ਸਰੂਪ ਬਣ ਚੁੱਕਿਆ ਹੈ। ਇਸ ਤਰ੍ਹਾਂ ਸਾਡੇ ਮਨ, ਬੁੱਧੀ, ਚਿੱਤ
ਤੇ ਅੰਤਸ਼ਕਰਨ ਨੂੰ ਮਾਇਆ ਦੀ ਰੰਗਣੀ ਜਾਂ ਪਿਓਨ ਚੜੀ ਹੋਈ ਹੈ। ਗੁਰਬਾਣੀ ਵਿੱਚ ਦਰਸਾਏ ਹੋਏ ਇਸ ਅੰਤਰੀਵ ਆਤਮਿਕ ਧਰਮ ਅਥਵਾ ਸ਼ਬਦ ਨਾਮ ਹੁਕਮ ਦਾ ਸੰਪੂਰਨ ਅਨੁਭਵੀ ਗਿਆਨ ਨਾ ਬੁੱਝਣ ਕਰਕੇ ਸਾਡੇ ਅਪਣਾਏ ਹੋਏ ਬਾਹਰਮੁਖੀ ਧਰਮ ਇਹ ਸਰੀਰਕ ਤੇ ਮਾਨਸਿਕ ਪੱਧਰ ਤਾਈਂ ਮਹਿਦੂਦ ਜਾਂ ਸੀਮਤ ਹਨ ਤੇ ਇਹਨਾਂ ਧਰਮਾਂ ਨੂੰ ਵੀ ਸਾਡੀ ਹਉਮੈ ਵੇੜੀ ਰੰਗਤ ਚੜੀ ਹੋਈ ਹੈ। ਹਾਂਜੀ, ਉਹ ਅੰਤਰੀਵ ਹੁਕਮ ਨੂੰ ਨਾ ਬੁੱਝਣ ਕਰਕੇ, ਆਪਣੇ ਉਸ ਆਤਮਿਕ ਧਰਮ ਨੂੰ ਨਾ ਬੁੱਝਣ ਕਰਕੇ ਇਹ ਸਾਡੇ ਜਿਹੜੇ ਅਪਣਾਏ ਹੋਏ ਬਾਹਰਮੁਖੀ ਧਰਮ ਹਨ ਇਹ ਸਿਰਫ ਸਰੀਰਕ ਤੇ ਮਾਨਸਿਕ ਪੱਧਰ ਤਾਈਂ ਮਹਿਦੂਦ ਜਾਂ ਸੀਮਤ ਹੋ ਗਏ ਤੇ ਇਹਨਾਂ ਧਰਮਾਂ ਨੂੰ ਵੀ ਸਾਡੀ ਹਉਮੈ ਵੇੜੀ ਰੰਗਤ ਚੜੀ ਹੋਈ ਹੈ, ਜਿਸ ਦੀ ਵਜ੍ਹਾ ਨਾਲ ਸਾਡੇ ਧਾਰਮਿਕ ਖਿਆਲ, ਚਿਤਵਨੀਆਂ, ਵਲਵਲੇ, ਨਿਸ਼ਚੇ, ਸ਼ਰਧਾ ਭਾਵਨੀ, ਕਰਮ ਕਿਰਿਆ, ਪਾਠ ਪੂਜਾ, ਜਪ ਤਪ, ਯੋਗ ਸਾਧਨਾ ਆਦਿ ਅਨੇਕਾਂ ਕਰਮ ਕਾਂਡ ਵੀ ਅਸਥੂਲ, ਠੁੱਲੇ, ਫੋਕੇ, ਮਾਦੀ, ਬੱਧਾ ਚੱਟੀ, ਦਿਖਾਵਾ, ਰਸਮੀ ਰਟਨ, ਭਾਵਨਾਹੀਣ, ਰਸਹੀਣ, ਮੁਰਦਾ ਸਾਧਨ ਹੀ ਬਣ ਕੇ ਰਹਿ ਗਏ। ਸਾਡੇ ਧਾਰਮਿਕ ਖਿਆਲ, ਨਿਸ਼ਚੇ, ਵਲਵਲੇ, ਸਾਡੇ ਚਿਤਵਨੀਆਂ, ਜਪ ਤਪ, ਸਾਡੀ ਸ਼ਰਧਾ ਭਾਵਨੀ, ਕਰਮ ਕਿਰਿਆ, ਪਾਠ ਪੂਜਾ, ਯੋਗ ਸਾਧਨਾ ਆਦਿ ਇਹ ਸਾਰੇ ਅਨੇਕ ਕਰਮ ਕਾਂਡ ਵੀ ਅਸਥੂਲ ਹੋ ਗਏ ਹਨ। ਬਾਹਰਮੁਖੀ, ਠੁੱਲੇ, ਫੋਕੇ, ਮਾਦੀ, ਬੱਧਾ ਚੱਟੀ, ਦਿਖਾਵਾ, ਰਸਮੀ ਰਟਨ, ਭਾਵਨਾਹੀਣ ਤੇ ਰਸਹੀਣ ਮੁਰਦਾ ਸਾਧਨ ਹੀ ਬਣ ਚੁੱਕੇ ਹਨ। ਗੁਰਬਾਣੀ ਇਹੋ ਜਿਹੇ ਧਾਰਮਿਕ ਕਰਮ ਕਿਰਿਆ ਦੀ ਬਾਬਤ ਕਿਹੋ ਜਿਹੇ ਉਪਦੇਸ਼ ਦਿੰਦੀ ਹੈ। ਬੱਧਾ ਚੱਟੀ ਜੋ ਭਰੇ, ਨਾ ਗੁਣ ਨਾ ਉਪਕਾਰ, ਮਨ ਹਠ ਜੋ ਕਮਾਵੇ, ਤਿਲ ਨਾ ਲੇਖੇ ਪਾਵੇ। ਮਨ ਹਠ ਜੋ ਕਮਾਵੇ, ਤਿਲ ਨਾ ਲੇਖੇ ਪਾਵੇ, ਬਗਲ ਜਿਉ ਧਿਆਨ ਲਾਵੇ, ਮਾਇਆ ਰੇ ਤਾਰੀ। ਨਾਮ ਬਿਨਾ ਫੋਕਟ ਸਭ ਧਰਮਾਂ, ਜੋ ਬਾਜੀ ਗਰ ਭਰਮ ਭੁਲੇ। ਜਿਨੀ ਆਤਮ ਤਤ ਨਾ ਚੀਨਿਆ, ਸਭ ਫੋਕਟ ਧਰਮ ਅਬੀਨਿਆ। ਇਸ ਤੋਂ ਇਲਾਵਾ ਅਸੀਂ ਅਖੌਤੀ ਧਰਮੀ ਲੋਕ ਆਪਣੇ ਆਪ ਨੂੰ ਹੋਰਨਾਂ ਨਾਲੋਂ ਉਚੇਰੇ, ਚੰਗੇਰੇ, ਭਲੇ ਭਲੇਰੇ ਤੇ ਪਾਰਗ੍ਰਾਮੀ ਸਮਝਣ ਲੱਗ ਪੈਂਦੇ ਹਾਂ। ਇੱਕ ਤਾਂ ਰਸਹੀਣ, ਫੋਕੇ, ਮੁਰਦਾ ਸਾਧਨਾਂ ਦੀ ਲਗਾਤਾਰ ਰਟ ਵਿੱਚ ਮਸਤ ਰਹਿੰਦੇ ਹਾਂ ਤੇ ਉੱਪਰੋਂ ਇਸ ਦਾ ਹੰਕਾਰ ਵੀ ਕਰਦੇ ਹਾਂ। ਆਪਣੇ ਆਪ ਨੂੰ ਹੋਰਨਾਂ ਨਾਲੋਂ ਉਚੇਰੇ, ਚੰਗੇਰੇ, ਭਲੇ ਭਲੇਰੇ ਤੇ ਪਾਰਗ੍ਰਾਮੀ ਸਮਝਣ ਲੱਗ ਪੈਂਦੇ ਹਾਂ ਤੇ ਦੂਜਿਆਂ ਨੂੰ ਨੀਵੀਂ ਨਿਗਾਹ ਤੇ ਘਿਰਨਾ ਨਾਲ ਦੇਖਦੇ ਹਾਂ। ਇਸ ਤਰ੍ਹਾਂ ਅਸੀਂ ਆਪਣੀ ਹਉਮੈ ਨੂੰ ਧਾਰਮਿਕ ਪੱਠੇ ਪਾ ਪਾ ਕੇ ਹੋਰ ਵੀ ਮੋਟੀ, ਸਬਲ ਤੇ ਡੂੰਗੀ ਬਣਾਈ ਜਾਂਦੇ ਹਾਂ। ਇੱਕ ਕਰੇਲਾ ਤੇ ਦੂਜਾ ਨਿੰਮ ਚੜਿਆ ਦੇ ਅਖਾਣ ਅਨੁਸਾਰ ਸਾਡੇ ਅਪਣਾਏ ਹੋਏ ਇਹ ਅਖੌਤੀ ਧਰਮ ਸਾਡੀ ਹਉਮੈ ਦੇ ਦੀਰਘ ਰੋਗ ਨੂੰ ਘਟਾਉਣ ਦੀ ਬਜਾਏ ਹੋਰ ਵਧਾਈ ਤੇ ਪ੍ਰਬਲ ਕਰੀ ਜਾਂਦੇ ਹਨ। ਹਾਂਜੀ, ਸਾਡੇ ਅਪਣਾਏ ਹੋਏ ਇਹ ਬਾਹਰਮੁਖੀ ਧਰਮ ਸਾਡੀ ਹਉਮੈ ਨੂੰ ਘਟਾਉਣ ਦੀ ਬਜਾਏ ਸਾਡੀ ਹਉਮੈ ਨੂੰ ਹੋਰ ਵਧਾਈ ਜਾਂਦੇ ਹਨ ਤੇ ਅਸੀਂ ਆਪਣੀ ਅਸਲੀ ਆਤਮਿਕ ਸੇਧ ਤੋਂ ਹੋਰ ਵੀ ਦੁਰੇਡੇ ਜਾ ਰਹੇ ਹਾਂ। ਹਉਮੈ ਨਾਮੇ ਨਾਲ ਵਿਰੋਧ ਹੈ, ਦੋਏ ਨਾ ਵਸੈ ਇਕ ਠਾਏ। ਕੋਟ ਕਰਮ ਕਰੇ ਹਉ ਤਾਰੇ, ਸ਼ਰਮ ਪਾਵੇ ਸਗਲੇ ਬਿਰਥਾਰੇ। ਇਸ ਤਰ੍ਹਾਂ ਇਹ ਰਸਮੀ, ਫੋਕੇ, ਕਰਮਕਾਂਡੀ, ਅਖੌਤੀ ਧਰਮ ਵੀ ਮਾਇਆ ਦਾ ਸਰੂਪ ਹੀ ਬਣ ਜਾਂਦੇ ਹਨ। ਹਾਂਜੀ, ਜਿਵੇਂ ਮਾਇਆ ਸਾਨੂੰ ਗਲਤਾਨ ਕਰਕੇ ਜਮਾਂ ਦੇ ਵਸ ਪਾਉਂਦੀ ਹੈ, ਇਸੇ ਤਰ੍ਹਾਂ ਜਿਹੜੇ ਰਸਮੀ, ਫੋਕੇ, ਕਰਮਕਾਂਡੀ, ਅਖੌਤੀ ਧਰਮ ਹਨ ਇਹ ਵੀ ਮਾਇਆ ਦਾ ਸਰੂਪ ਬਣ ਜਾਂਦੇ ਹਨ, ਜਿਸ ਦੀ ਸੰਗਤ ਤੇ ਰੰਗਤ ਨਾਲ ਸਾਡਾ ਮਨ, ਬੁੱਧੀ, ਚਿੱਤ, ਅੰਤਸ਼ਕਰਨ ਵੀ ਮਲੀਨ, ਕਠੋਰ, ਢੀਠ, ਫੋਕਾ, ਭਾਵਨਾਹੀਣ, ਰਸਹੀਣ ਬਣ ਜਾਂਦਾ ਹੈ। ਇਹਨਾਂ ਭਾਵਨਾਹੀਣ, ਰਸਮੀ, ਫੋਕੇ, ਮੁਰਦਾ ਸਾਧਨਾ ਦੇ ਲਗਾਤਾਰ ਅਭਿਆਸ ਕਰਦਿਆਂ ਹੋਇਆਂ ਸਾਡਾ ਮਨ ਹੋਰ ਵੀ ਮੈਲਾ, ਕਠੋਰ, ਮਾਦੀ ਤੇ ਢੀਠ ਬਣੀ ਜਾਂਦਾ ਹੈ, ਜਿਸ ਦੀ ਵਜ੍ਹਾ ਨਾਲ ਸਾਡਾ ਮਨ ਉਚੇਰੇ, ਸੁਚੇਰੇ, ਚੰਗੇਰੇ, ਸੱਚੇ, ਦੈਵੀ, ਸੂਖਮ, ਕੋਮਲ ਆਤਮਿਕ ਵਲਵਲਿਆਂ ਨੂੰ ਸਮਝਣ ਤੋਂ ਅਸਮਰੱਥ ਹੋ ਜਾਂਦਾ ਹੈ। ਹਾਂਜੀ,
ਇਹ ਜਿਹੜੇ ਰਸਮੀ ਸਾਧਨ ਹਨ, ਫੋਕੇ, ਰਸਹੀਣ, ਬੱਦਾ ਚੱਟੀ, ਦਿਖਾਵੇ ਵਾਲੀ, ਇਸ ਨਾਲ ਸਾਨੂੰ ਕੀ ਨੁਕਸਾਨ ਆਉਂਦਾ ਹੈ ਕਿ ਇਹਨਾਂ ਭਾਵਨਾਹੀਣ, ਰਸਮੀ, ਫੋਕੇ, ਮੁਰਦਾ ਸਾਧਨਾਂ ਦੇ ਲਗਾਤਾਰ ਅਭਿਆਸ ਕਰਦਿਆਂ ਹੋਇਆਂ ਸਾਡਾ ਮਨ ਹੋਰ ਵੀ ਮੈਲਾ, ਮਾਦੀ, ਕਠੋਰ ਅਤੇ ਢੀਠ ਬਣੀ ਜਾਂਦਾ ਹੈ, ਜਿਸ ਦੀ ਵਜ੍ਹਾ ਨਾਲ ਸਾਡਾ ਮਨ ਉਚੇਰੇ, ਚੰਗੇਰੇ, ਸੁਚੇਰੇ, ਸੱਚੇ, ਦੈਵੀ, ਸੂਖਮ, ਕੋਮਲ ਆਤਮਕ ਵਲਵਲੇ, ਆਤਮਕ ਉਡਾਰੀਆਂ, ਪਿਆਰ ਭਾਵਨਾ, ਪ੍ਰੇਮ ਸਵੈਪਨਾ, ਪ੍ਰੇਮ ਰਸ, ਆਤਮਕ ਆਨੰਦ, ਆਤਮਕ ਚਾਓ, ਆਤਮਕ ਖੁਮਾਰੀ, ਆਤਮਕ ਬਿਸਮਾਦ ਨੂੰ ਸਮਝਣ, ਬੁੱਝਣ, ਚੀਨਣ, ਸੀਜਣ, ਅਨੁਭਵ ਕਰਨ ਤੇ ਮਾਣਨ ਤੋਂ ਅਸਮਰਥ ਹੁੰਦਾ ਜਾਂਦਾ ਹੈ। ਕਿਤਨਾ ਵੱਡਾ ਨੁਕਸਾਨ। ਆਮ ਜਗਿਆਸੂਆਂ ਦੀ ਇਹ ਸ਼ਿਕਾਇਤ ਹੁੰਦੀ ਹੈ ਕਿ ਜੀ ਬਾਣੀ ਦਾ ਪਾਠ ਜਾਂ ਨਿਤਨੇਮ ਕਰਦਿਆਂ ਜਾਂ ਸਿਮਰਨ ਕਰਦਿਆਂ ਮਨ ਨਹੀਂ ਜੁੜਦਾ ਤੇ ਆਤਮਕ ਰਸ ਨਹੀਂ ਆਉਂਦਾ। ਇਸ ਦਾ ਸਪਸ਼ਟ ਕਾਰਨ ਇਹ ਹੈ ਕਿ ਸਾਡਾ ਮਨ ਪਹਿਲਾ ਮਾਇਆ ਦਾ ਅਭਿਆਸ, ਦੂਸਰਾ ਫੋਕੇ, ਰਸਮੀ, ਭਾਵਨਾਹੀਣ ਧਾਰਮਿਕ ਸਾਧਨਾ ਦੇ ਲਗਾਤਾਰ ਅਭਿਆਸ, ਤੇ ਤੀਸਰਾ ਇਹਨਾਂ ਫੋਕੇ ਸਾਧਨਾ ਨੂੰ ਕਰਦਿਆਂ ਹੋਇਆਂ ਇਸ ਦੇ ਵਿੱਚ ਜਿਹੜਾ ਸਾਡਾ ਹੰਕਾਰ ਹੈ, ਇਸ ਦਾ ਅਭਿਆਸ ਨਾਲ ਇਤਨਾ ਮਾਦੀ, ਫੋਕਾ, ਕਠੋਰ, ਰਸੀਣ ਹੋ ਚੁੱਕਿਆ ਹੈ ਕਿ ਗੁਰਬਾਣੀ ਦੇ ਅੰਤਰੀਵ, ਗੁੱਝੇ ਅਨੁਭਵੀ ਗਿਆਨ ਤੇ ਕੋਮਲ ਆਤਮਿਕ ਭਾਵਨਾਵਾਂ ਤੇ ਪ੍ਰੇਮ ਸਵੈਪਨਾਵਾਂ ਦੀਆਂ ਆਕਾਸ਼ੀ ਉਡਾਰੀਆਂ ਨੂੰ ਅਨੁਭਵ ਨਹੀਂ ਕਰ ਸਕਦਾ। ਫਿਰ ਦੁਹਰਾ ਦਈਏ, ਕਿਉਂ ਪਾਠ ਕਰਦੇ ਹਾਂ, ਸਿਮਰਨ ਕਰਦੇ ਹਾਂ, ਨਿਤਨੇਮ ਪੜ੍ਹਦੇ ਹਾਂ, ਆਤਮਿਕ ਰਸ ਨਹੀਂ ਆਉਂਦਾ, ਮਨ ਕਿਉਂ ਨਹੀਂ ਟਿਕਦਾ? ਇਸ ਦਾ ਸਪਸ਼ਟ ਕਾਰਨ ਇਹ ਹੈ ਕਿ ਸਾਡਾ ਮਨ ਮਾਇਆ, ਦੂਸਰਾ ਅਤੇ ਫੋਕੇ, ਰਸਹੀਣ, ਰਸਮੀ, ਭਾਵਨਾਹੀਣ ਧਾਰਮਿਕ ਸਾਧਨਾ ਦੇ ਲਗਾਤਾਰ ਅਭਿਆਸ, ਤੇ ਤੀਸਰਾ ਹੰਕਾਰ ਨਾਲ ਇਤਨਾ ਮਾਦੀ, ਫੋਕਾ, ਕਠੋਰ ਤੇ ਰਸੀਣ ਹੋ ਚੁੱਕਿਆ ਹੈ ਕਿ ਗੁਰਬਾਣੀ ਦੇ ਅੰਤਰੀਵ, ਗੁੱਝੇ ਅਨੁਭਵੀ ਗਿਆਨ ਤੇ ਕੋਮਲ ਆਤਮਿਕ ਭਾਵਨਾਵਾਂ ਤੇ ਪ੍ਰੇਮ ਸਵੈਪਨਾਵਾਂ ਦੀਆਂ ਆਕਾਸ਼ੀ ਉਡਾਰੀਆਂ ਨੂੰ ਅਨੁਭਵ ਨਹੀਂ ਕਰ ਸਕਦਾ। ਇਹੀ ਕਾਰਨ ਹੈ ਕਿ ਬੇਅੰਤ ਧਾਰਮਿਕ ਕਰਮ ਕਿਰਿਆ ਤੇ ਫੋਕੇ ਸਾਧਨਾ ਕਰਦਿਆਂ ਹੋਇਆਂ ਵੀ ਇਨਸਾਨ ਚੰਗੇਰਾ, ਉਚੇਰਾ, ਸੋਹਣੇਰਾ, ਦੈਵੀ ਬਣ ਕੇ ਆਤਮਿਕ ਤਰੱਕੀ ਕਰਨ ਦੀ ਬਜਾਏ ਧਰਮ ਦੀ ਆੜ ਵਿੱਚ ਨੀਵੀਆਂ ਰੁਚੀਆਂ, ਈਰਖਾ, ਦਵੈਤ, ਨਫ਼ਰਤ, ਵੈਰ ਵਿਰੋਧ, ਵਾਦ ਵਿਵਾਦ, ਵਿਕਾਰ, ਤਵੱਸਬ, ਲੜਾਈਆਂ, ਝਗੜੇ ਤੇ ਜ਼ੁਲਮ ਵਿੱਚ ਗਲਤਾਨ ਹੋ ਰਿਹਾ ਹੈ। ਹਾਂਜੀ, ਇਹੀ ਕਾਰਨ ਹੈ ਮਾਇਆ ਦਾ ਅਭਿਆਸ, ਫੋਕੇ, ਰਸੀਣ, ਮੁਰਦਾ ਸਾਧਨਾ ਦਾ ਅਭਿਆਸ ਤੇ ਫਿਰ ਉਹਨਾਂ ਦਾ ਅਹੰਕਾਰ। ਇਹਨਾਂ ਕਾਰਨਾਂ ਕਰਕੇ ਬੇਅੰਤ ਧਾਰਮਿਕ ਕਰਮ ਕਿਰਿਆ ਤੇ ਫੋਕੇ ਸਾਧਨ ਕਰਦਿਆਂ ਹੋਇਆਂ ਵੀ ਇਨਸਾਨ ਚੰਗੇਰਾ, ਉਚੇਰਾ, ਸੁਣੇਰਾ, ਦੈਵੀ ਬਣ ਕੇ ਆਤਮਿਕ ਤਰੱਕੀ ਕਰਨ ਦੀ ਬਜਾਏ ਉਲਟਾ ਧਰਮ ਦੀ ਆੜ ਵਿੱਚ ਨੀਵੀਂ ਮਾਇਕੀ ਰੁਚੀਆਂ ਜਿਵੇਂ ਈਰਖਾ, ਦਵੈਤ, ਨਫ਼ਰਤ, ਵੈਰ ਵਿਰੋਧ, ਵਾਦ ਵਿਵਾਦ, ਵਿਕਾਰ, ਤਵੱਸਬ, ਲੜਾਈਆਂ, ਝਗੜੇ ਤੇ ਜ਼ੁਲਮ ਵਿੱਚ ਗਲਤਾਨ ਹੋ ਰਿਹਾ ਹੈ। ਇਸ ਤਰ੍ਹਾਂ ਇਹ ਭਾਵਨਾਹੀਣ, ਰਸਮੀ, ਫੋਕੀ ਕਰਮ ਕਿਰਿਆ ਸਾਡੇ ਆਤਮਿਕ ਪੰਧ ਵਿੱਚ ਸਹਾਇਕ ਤੇ ਕਲਿਆਣਕਾਰੀ ਹੋਣ ਦੀ ਬਜਾਏ ਸਾਨੂੰ ਅੰਤਰੀਵ ਆਤਮਿਕ ਧਰਮ ਅਥਵਾ ਸ਼ਬਦ, ਨਾਮ, ਹੁਕਮ ਆਦਿ ਦੀਆਂ ਦਾਤਾਂ ਤੋਂ ਵਾਂਝਿਆ ਰੱਖਦੀ ਹੈ ਤੇ ਸਾਡੇ ਸਹੀ ਆਤਮਿਕ ਪੰਧ ਵਿੱਚ ਰੁਕਾਵਟ ਦਾ ਕਾਰਨ ਬਣਦੀ ਹੈ। ਹਾਂਜੀ, ਇਹ ਭਾਵਨਾਹੀਣ, ਰਸਮੀ, ਫੋਕੀ ਕਰਮ ਕਿਰਿਆ ਦਾ ਜਦੋਂ ਅਸੀਂ ਬਾਰ-ਬਾਰ ਇੱਕ ਰੂਟੀਨ ਵਾਈਜ਼ ਅਭਿਆਸ ਕਰਦੇ ਹਾਂ, ਇਹ ਉਲਟਾ ਨੁਕਸਾਨਦਾਇਕ ਹੈ। ਕੀ ਨੁਕਸਾਨ ਕਰਦੀ ਹੈ? ਇਹ ਆਤਮਿਕ ਪੰਧ ਵਿੱਚ ਸਹਾਇਕ ਤੇ ਕਲਿਆਣਕਾਰੀ ਹੋਣ ਦੀ ਬਜਾਏ ਸਾਨੂੰ ਅੰਤਰੀਵ ਆਤਮਿਕ ਧਰਮ ਅਥਵਾ ਸ਼ਬਦ, ਨਾਮ, ਹੁਕਮ ਆਦਿ ਦੀਆਂ ਦਾਤਾਂ ਤੋਂ ਵਾਂਝਿਆ ਰੱਖਦੀ ਹੈ ਅਤੇ ਸਾਡੇ ਸਹੀ ਆਤਮਿਕ ਪੰਧ ਵਿੱਚ ਰੁਕਾਵਟ ਦਾ ਕਾਰਨ ਬਣਦੀ ਹੈ। ਹਿਰਦੈ ਸੱਚ ਇਹ ਕਰਣੀ ਸਾਰ, ਹੋਰ ਸਭ ਪਖੰਡ ਪੂਜ ਖੁਆਰ, ਬਿਨ ਗੁਰ ਸ਼ਬਦ ਨਾ ਛੂਟਸ ਕੋਏ, ਪਾਖੰਡ ਕੀਨੇ ਮੁਕਤ ਨਾ ਹੋਏ। ਬਿਨ ਗੁਰ ਸ਼ਬਦ ਨਾ ਛੂਟਸ ਕੋਏ, ਪਾਖੰਡ ਕੀਨੇ ਮੁਕਤ ਨਾ ਹੋਏ। ਜੇ ਜਾਣਸ ਬ੍ਰਹਮੰ ਕਰਮੰ, ਸਭ ਫੋਕਟ ਨਿਸ਼ਚੋ ਕਰਮੰ। ਜਿਨੀ ਆਤਮ ਤਤ ਨਾ ਚੀਨਿਆ, ਸਭ ਫੋਕਟ ਧਰਮ ਅਭੀਨਿਆ। ਪਾਠ ਪੜਿਓ ਅਰ ਵੇਦ ਵਿਚਾਰਿਓ, ਨਿਵਲ ਭੁਯੰਗਮ ਸਾਧੇ,
पंच जना स्यों संग न छुटक्यो अदक अहंग बुध बादे। हाँ हाँ करते कर्मरत तांको भार अफार, प्रीत नहीं जो नाम स्यों तो एऊ कर्म विकार। इन्हां पर असी इन्हां बाहर मुखी धर्मां दे भावनाहीन फोके साधना दे रस्मी रटन विच ही संतुष्ट हां ਅਤੇ ਇਸੇ ਵਿੱਚ ਆਪਣੀ ਧਾਰਮਿਕ ਪ੍ਰਾਪਤੀ ਸਮਝ ਕੇ ਆਫਰੇ ਫਿਰਦੇ ਹਾਂ। ਭਾਵੇਂ ਇਹ ਨੁਕਸਾਨਦਾਇਕ ਹੈ, ਇਸ ਨਾਲ ਮਨ ਕਠੋਰ ਤੇ ਢੀਠ ਹੋ ਜਾਂਦਾ ਹੈ, ਜੋ ਕਿ ਕੋਮਲਤਾ ਖਤਮ ਹੋ ਜਾਂਦੀ, ਉੱਚੇ ਵਲਵਲਿਆਂ ਨੂੰ ਗ੍ਰਹਿਣ ਨਹੀਂ ਕਰ ਸਕਦਾ। ਭਾਵੇਂ ਇਹ ਨੁਕਸਾਨਦਾਇਕ ਵੀ ਹੈ, ਪਰ ਫਿਰ ਵੀ ਅਸੀਂ ਇਹਨਾਂ ਬਾਹਰਮੁਖੀ ਧਰਮਾਂ ਦੇ ਭਾਵਨਾਹੀਣ ਫੋਕੇ ਸਾਧਨਾ ਦੇ ਰਸਮੀ ਰਟਨ ਵਿੱਚ ਸੰਤੁਸ਼ਟ ਹਾਂ ਅਤੇ ਇਸ ਵਿੱਚ ਆਪਣੀ ਧਾਰਮਿਕ ਪ੍ਰਾਪਤੀ ਸਮਝ ਕੇ ਆਫਰੇ ਫਿਰਦੇ ਹਾਂ। ਇਸ ਤਰ੍ਹਾਂ ਗੁਰਬਾਣੀ ਵਿੱਚ ਦਰਸਾਈਆਂ ਉਹ ਗੁੱਝੀਆਂ, ਗੂੜ, ਅੰਤਰੀਵ, ਅਨੁਭਵੀ, ਸੂਖਮ, ਕੋਮਲ ਆਤਮਿਕ ਬਖਸ਼ਿਸ਼ਾਂ ਤੇ ਆਤਮਿਕ ਕਲਾ ਤੋਂ ਅਸੀਂ ਉੱਕਾ ਹੀ ਅਣਜਾਣ, ਅਗਿਆਨੀ, ਬੇਖਬਰ, ਬੇਪਰਵਾਹ, ਅਵੇਸਲੇ, ਬੇਲੋੜੇ ਜਾਂ ਜਾਣ ਬੁੱਝ ਕੇ ਮਚਲੇ ਹੋਏ ਫਿਰਦੇ ਹਾਂ। ਗੁਰਬਾਣੀ ਵਿਚਾਰ ਲੇਖ ਨੰਬਰ 55 ਧਰਮ ਜਾਂ ਮਜ਼ਹਬ ਭਾਗ 10ਵਾਂ। ਗੁਰੂ ਰੂ ਪਿਆਰੀ ਸਾਧ ਸੰਗਤ ਜੀ, ਇੱਕ ਐਸੀ ਚੀਜ਼ ਹੈ ਜੋ ਸਾਡੀ ਇਸ ਬਾਹਰਮੁਖੀ ਮੁਰਦਾ ਸਾਧਨਾ ਨੂੰ ਪਿਆਰ ਭਾਵਨਾ ਵਿੱਚ ਬਦਲ ਸਕਦੀ ਹੈ। ਉਹ ਕੀ ਚੀਜ਼ ਹੈ ਤੇ ਕਿਵੇਂ ਪ੍ਰਾਪਤ ਹੁੰਦੀ ਹੈ, ਇਸ ਦਾ ਵਿਸਥਾਰ ਗੁਰਮੁਖ ਪਿਆਰਿਆਂ ਨੇ ਇਸੇ ਲੜੀ ਦੇ ਅਗਲੇ ਭਾਗ ਵਿੱਚ ਯਾਨੀ 56 ਨੰਬਰ ਲੇਖ ਵਿੱਚ ਖੋਲ ਕੇ ਦਰਸਾਇਆ ਹੈ। ਜਿਸ ਕਿਸੇ ਵੀਰ ਭੈਣ ਨੂੰ ਇਹਨਾਂ ਲੇਖਣੀਆਂ ਦੀ ਲੋੜ ਮਹਿਸੂਸ ਹੋਵੇ, ਆਪ ਜੀ ਗੁਰਬਾਣੀ ਵਿਚਾਰ ਦੇ ਲੇਖਾਂ ਦੇ ਸਟਾਲ ਤੋਂ ਪ੍ਰਾਪਤ ਕਰ ਸਕਦੇ ਹੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।